ਤੁਹਾਨੂੰ ਲੈ ਕੇ ਚੱਲਦੇ ਹਾਂ, ਮਿਲਾਉਂਦੇ ਹਾਂ ਕੁਝ ਇਹ ਜਿਹੇ ਲੋਕਾਂ ਦੇ ਨਾਲ ਜਿਹੜੇ ਗੁਰਪੁਰਬ ਦੀ ਸੈਲੀਬ੍ਰੇਸ਼ਨ ਵਾਸਤੇ ਪਹੁੰਚੇ ਹੋਏ ਨੇ ਗੁਰਦੁਆਰਾ ਨਨਕਾਣਾ ਸਾਹਿਬ। ਉਹਨਾਂ ਲੋਕਾਂ ਨਾਲ ਗੱਲ ਕਰਾਉਂਦੇ ਹਾਂ ਜਿਹੜੇ ਆਲ ਓਵਰ ਦਾ ਵਰਲਡ, ਪੂਰੀ ਦੁਨੀਆ ਤੋਂ ਪਾਕਿਸਤਾਨ ਤੇ ਪਹੁੰਚੇ ਹੋਏ ਨੇ, ਤੇ ਉਹਨਾਂ ਕੋਲੋਂ ਪੁੱਛਾਂਗੇ ਕਿ ਪਾਕਿਸਤਾਨ ਆ ਕੇ ਉਹਨਾਂ ਨੂੰ ਕਿਸ ਤਰ੍ਹਾਂ ਦਾ ਫੀਲ ਹੋਇਆ, ਜਾਂ ਪਾਕਿਸਤਾਨ ਆਉਣ ਤੋਂ ਪਹਿਲਾਂ ਉਹਨਾਂ ਨੂੰ ਕਿਸ ਤਰ੍ਹਾਂ ਦੇ ਖਦਸ਼ਾਤ ਜਾਂ ਕਿਸ ਤਰ੍ਹਾਂ ਦਾ ਫੀਲਿੰਗਸ ਸਨ, ਲੋਕਾਂ ਨੇ ਕਿਸ ਤਰ੍ਹਾਂ ਉਹਨਾਂ ਨੂੰ ਟਰੀਟ ਕੀਤਾ, ਕਿਸ ਤਰ੍ਹਾਂ ਦੱਸਿਆ ਕਿ ਕੀ ਹਾਲਾਤ ਨੇ ਉੱਥੋਂ ਦੇ ਪਾਕਿਸਤਾਨ ਦੇ, ਤੇ ਉਹਨਾਂ ਦੇ ਪਾਕਿਸਤਾਨ ਆਉਣ ਤੋਂ ਬਾਅਦ ਉਹਨਾਂ ਦਾ ਕਿਸ ਤਰ੍ਹਾਂ ਦਾ ਐਕਸਪੀਰੀਅੰਸ ਰਿਹਾ। ਤੇ ਇਹ ਸਾਰੀ ਗੱਲਬਾਤ ਸਾਂਝੀ ਕਰਦੇ ਇਹਨਾਂ ਬਜ਼ੁਰਗਾਂ ਦੇ ਨਾਲ ਜਿਹੜੇ ਇੱਥੇ ਪਹੁੰਚੇ ਹੋਏ ਨੇ ਪਾਕਿਸਤਾਨ। अस्सलाम वालेकुम, सत श्री अकाल। पंजाबी लहर की टीम अज पहुंची है गुरुद्वारा ननकाना साहब, जिथे गुरपुरब दी सैलीब्रेशन जड़ियां चल रही ने। इत्थे जिहड़े सिख यात्री आए ने आल ओवर द वर्ल्ड, सानू बड़ी हैरानगी हुई तो बड़ा खुशी भी महसूस हुई कि एक माता जी बजुर्ग जिहड़े कैनेडा तो इकल्ले इत्थे आए हुए ने गुरुद्वारा ननकाना साहब, तो उन्हां दी एज जिहड़ी आ कोई 90 ਦੇ ਰਾਉਂਡ ਅਬਾਊਟ ਆ। ਤੇ ਉਹਨਾਂ ਕੋਲੋਂ ਪੁੱਛਦੇ ਆਪਾਂ ਵੀ ਕਿਸ ਤਰ੍ਹਾਂ ਦਾ ਉਹਨਾਂ ਦਾ ਐਕਸਪੀਰੀਅੰਸ ਰਿਹਾ ਇੱਥੇ ਗੁਰਦੁਆਰਾ ਨਨਕਾਣਾ ਸਾਹਿਬ ਆਉਣ ਦਾ, ਤੇ ਕਿਸ ਤਰ੍ਹਾਂ ਦਾ ਫੀਲ ਕਰ ਰਹੇ ਨੇ। अस्सलाम वालेकुम, सत श्री अकाल मामा जी। सत श्री अकाल बेटा जी। माता जी ਨਾਂ ਕੀ ਤੁਹਾਡਾ? मेरा रजिंदर कौर है सराना। ਅੱਛਾ, ਤੁਸੀਂ ਕਿੱਥੇ ਰਹਿੰਦੇ ਹੋ? पंजाब ਵਿੱਚ ਨੂਰ ਮਹਿਲ ਜਲੰਧਰ ਜ਼ਿਲ੍ਹੇ ਵਿੱਚ। ਹਾਂਜੀ, ਨੂਰ ਮਹਿਲ ਫਲੋਰ ਰੋਡ ਤੇ ਸਾਡਾ ਘਰ ਆ। ਠੀਕ। ਤੇ ਹੁਣ ਤੁਸੀਂ ਆਏ ਹੋ ਕੈਨੇਡਾ ਤੋਂ ਆਏ ਜਾਂ ਇੰਡੀਆ ਤੋਂ ਹੋ ਕੇ ਆਏ ਹੋ? ਪਹਿਲਾਂ ਕੈਨੇਡਾ ਤੋਂ ਆਏ ਸੀ, ਕੈਨੇਡਾ ਤੋਂ ਫਿਰ ਇੰਡੀਆ ਗਈਆਂ, ਇੰਡੀਆ ਤੋਂ ਫਿਰ ਮੇਰਾ ਬੇਟਾ ਦਿੱਲੀੋਂ ਲੈਣ ਗਿਆ ਸੀ, ਦਿੱਲੀੋਂ ਲਿਆ ਕੇ ਫਿਰ ਹਰਿਮੰਦਰ ਸਾਹਿਬ ਇਸ਼ਨਾਨ ਕਰਾ ਕੇ ਫਿਰ ਮੇਰਾ ਬੇਟਾ ਬਾਰਡਰ ਤੇ ਛੱਡ ਗਿਆ ਸੀ। ਵੇ ਬਾਰਡਰ ਤੋਂ ਆਪਾਂ ਇਕੱਲੇ ਆਏ ਹਾਂ। ਅੱਛਾ, ਬਾਰਡਰ ਤੋਂ ਇਕੱਲੇ ਆਏ ਹੋ। ਤੇ ਆਂਦੇ ਨਾ ਵੀ ਦੁਨੀਆ ਦੇ ਵਿੱਚ ਇਸ ਤਰ੍ਹਾਂ ਦੀ ਗੱਲਾਂ ਕੀਤੀਆਂ ਜਾਂਦੀਆਂ ਕਿ ਪਾਕਿਸਤਾਨ ਦੇ ਜਿਹੜੇ ਹਾਲਾਤ ਦੇ ਵੱਲੋਂ ਨਾ ਕੁਝ ਡਰ ਜੇ ਦਾ ਨਾ ਖੌਫ ਜਿਹੜਾ ਲੋਕਾਂ ਦੇ ਜ਼ਿਹਨਾਂ ਦੇ ਵਿੱਚ ਬਿਠਾਇਆ ਜਾਂਦਾ, ਜਿਹੜਾ ਕਿ ਜਿਹੜਾ ਹੈ ਨਹੀਂ ਕੋਈ। ਤੇ ਇਹਦੇ ਵਿੱਚ ਤੁਹਾਨੂੰ ਕਿਸ ਤਰ੍ਹਾਂ ਦਾ ਫੀਲ ਹੋਇਆ ਕਿ ਪਹਿਲਾਂ ਆਉਣ ਤੋਂ ਪਹਿਲਾਂ ਤੁਹਾਨੂੰ ਕਿਵੇਂ ਦੱਸਿਆ ਗਿਆ? ਮੈਨੂੰ ਆਉਣ ਤੋਂ ਪਹਿਲਾਂ ਲੋਕਾਂ ਨੇ ਬਹੁਤ ਡਰਾਇਆ ਸੀ। ਹਾਂਜੀ। ਤੇ ਤੁਸੀਂ ਨਾ ਜਾਓ, ਮੈਨੂੰ ਬਹੁਤ ਕਿਹਾ ਤੁਸੀਂ ਨਾ ਜਾਓ। ਮੈਨੂੰ ਸੁਨੇਹੇ ਵੀ ਭੇਜੇ, ਲੋਕਾਂ ਨੇ ਫੋਨ ਵੀ ਕੀਤੇ ਤੇ ਮਾਤਾ ਨੂੰ ਕਹੋ ਨਾ ਜਾਵੇ। ਪਰ ਮੈਨੂੰ ਕੁਝ ਲੋਕਾਂ ਨੇ ਦੱਸਿਆ ਸੀ ਵੀ ਉੱਥੇ ਦੇ ਲੋਕੀ ਬਹੁਤ ਪਿਆਰ ਕਰਦੇ। ਮੈਂ ਸੁਣਿਆ ਸੀ ਕਿਸੇ ਕੋਲੋਂ ਵੀ ਉੱਥੇ ਦੇ ਲੋਕੀ ਤਾਂ ਬਹੁਤ ਪਿਆਰ ਕਰਦੇ, ਪਰ ਹੁਣ ਜੇ ਮੈਂ ਆ ਕੇ ਦੇਖਿਆ ਮੈਨੂੰ ਬਹੁਤ ਪਿਆਰ ਮਿਲਿਆ। ਸਾਰੀ ਸੰਗਤ ਕੋਲੋਂ, ਮੈਨੂੰ ਪਾਕਿਸਤਾਨੀਆਂ ਕੋਲੋਂ ਵੀ ਬਹੁਤ ਪਿਆਰ ਮਿਲਿਆ, ਬਹੁਤ ਪਿਆਰ ਮਿਲਿਆ। ਅੱਛਾ, ਇੱਥੇ ਆਉਣ ਦਾ ਜਿਹੜਾ ਰਸਤੇ ਦੇ ਵਿੱਚ ਉਹ ਤੁਸੀਂ ਦੱਸਿਆ ਕਿ ਗਵਰਨਮੈਂਟ ਅਫੀਸ਼ੀਅਲ ਸਨ ਜਿਨ੍ਹਾਂ ਨੇ ਤੁਹਾਨੂੰ ਪ੍ਰੋਟੋਕੋਲ ਦਿੱਤਾ, ਇੱਥੇ ਆ ਕੇ ਜਿਹੜੀ ਲੋਕਲ ਆਵਾਮ ਆ, ਜਿਹੜੀ ਜਿਸ ਤਰ੍ਹਾਂ ਕਿ ਅਸੀਂ ਹੁਣ ਤੁਹਾਡੇ ਨਾਲ ਗੱਲਾਂ ਕਰਦੇ ਆ, ਉਹਨਾਂ ਦੇ ਵਿੱਚ ਆਵਾਮ ਦਾ ਵੀ ਤੁਹਾਡਾ ਲੋਕਾਂ ਦੇ ਨਾਲ ਵੀ ਮਿਲੇ ਹੋਣੇ, ਉਹਨਾਂ ਨੂੰ ਕਿਵੇਂ ਤੁਹਾਨੂੰ ਉਹਨਾਂ ਟਰੀਟ ਕੀਤਾ, ਕਿਵੇਂ ਦਾ ਫੀਲ ਤੁਸੀਂ ਕੀਤਾ? ਬਹੁਤ ਅੱਛਾ। ਜਿੱਥੋਂ ਮੈਨੂੰ ਆਪਣੇ ਆਪ, ਜੇ ਮੈਂ ਇੱਕ ਵਾਰ ਨੂੰ ਕਿਹਾ ਮੈਨੂੰ ਫੜ ਕੇ ਤੁਹਾਡੇ ਲੋਕਾਂ ਨੂੰ, ਜੇ ਮੈਂ ਪਾਕਿਸਤਾਨੀ ਲੋਕਾਂ ਨੂੰ ਇੱਕ ਵਾਰ ਕਿ ਮੈਂ ਬੇਟਾ ਮੈਨੂੰ ਇੱਥੋਂ ਫੜ ਕੇ ਮੈਂ ਜੇ ਉੱਥੇ ਕੀਰਤਨ ਵਿੱਚ ਜਿੱਥੇ ਉਹ ਕੀਰਤਨ ਹੁੰਦਾ ਨਾ ਸਟੇਜ ਤੋਂ, ਜੇ ਮੈਂ ਕਿਸੇ ਤੁਹਾਡੇ ਲੋਕ ਨੂੰ ਇੱਕ ਨੂੰ ਕਿਹਾ ਨਾ ਵੀ ਇੱਕ ਵਾਰ ਕਿਹਾ ਤਾਂ ਛੱਡ ਦਿਓ, ਫਿਰ ਮੈਂ ਬੈਠ ਗਈ ਹਾਂ। ਪਰ ਜੇ ਮੈਂ ਉੱਠ ਕੇ ਤੁਰੀ ਹਾਂ, ਆਪਣੇ ਆਪ ਹੀ ਮੈਨੂੰ ਫੜਨ ਲਈ ਆਪਣੇ ਆਪ ਹੀ ਫਿਰ ਆ ਗਿਆ। ਫਿਰ ਮੈਂ ਛੱਡ ਦੇਵਾਂ ਜੇ ਚੱਲੇ ਆ ਤਾਂ। ਇੰਨਾ ਪਿਆਰ ਕੀਤਾ ਉਹਨਾਂ ਨੇ। ਹਾਂ, ਤੇ ਬਹੁਤ ਖੁਸ਼ੀ ਤੁਹਾਡੀਆਂ ਗੱਲਾਂ ਸੁਣ ਕੇ। ਇਹ ਦੱਸੋ ਕਿ ਇੱਥੋਂ ਦਾ ਜਿਹੜਾ ਨੇ ਇੰਤਜ਼ਾਮਾਤ ਨੇ ਪਾਕਿਸਤਾਨ ਗਵਰਨਮੈਂਟ ਨੇ ਕੀਤੇ ਹੋਏ ਨੇ ਇੰਤਜ਼ਾਮਾਤ, ਜਿਸ ਤਰ੍ਹਾਂ ਕਿ ਆਉਣ ਜਾਣ ਦਾ ਸਜਾਵਟ ਕੀਤੀ ਹੋਈ ਆ, ਗੁਰਦੁਆਰਾ ਸਾਹਿਬ 'ਚ ਲਾਈਟਿੰਗ ਕੀਤੀ ਹੋਈ ਆ, ਤੇ ਇੱਥੋਂ ਦਾ ਖਾਣ ਪੀਣ ਦਾ ਤੁਹਾਨੂੰ ਜਿਹੜਾ ਕਿਸ ਤਰ੍ਹਾਂ ਦਾ ਕੋਈ ਡਿਫਰੈਂਟ ਨਹੀਂ ਲੱਗਾ ਉਧਰ ਨਾਲ? ਮੈਨੂੰ ਖਾਣ ਪੀਣ ਦਾ ਬਹੁਤ ਅੱਛਾ ਲੱਗਾ। ਜਿਹੜੀ ਸਜਾਵਟ ਕੀਤੀ ਹੋਈ, ਹਾਂਜੀ ਹਾਂਜੀ, ਲਾਈਟਿੰਗ ਵਗੈਰਾ ਕੀਤੀ ਹੈ, ਸਜਾਵਟ ਕੀਤੀ ਹੋਈ ਆ, ਉਹ ਮੈਨੂੰ ਬਹੁਤ ਅੱਛੀ ਲੱਗੀ, ਬਹੁਤ ਪਿਆਰੀ ਲੱਗੀ ਆ। ਤੁਸੀਂ ਬਹੁਤ ਸੋਹਣਾ, ਤੁਹਾਡਾ ਥੈਂਕਸ ਕਰਦੇ ਆ, ਬਹੁਤ ਬਹੁਤ ਥੈਂਕਸ ਤੁਹਾਡੇ ਉਹ ਕਰਨ ਦਾ, ਬਹੁਤ ਥੈਂਕਸ ਕਰਦੇ ਵੀ ਕਿੰਨਾ ਸੋਹਣਾ ਤੁਸੀਂ ਸਜਾ ਦਿੱਤਾ। ਅੱਛਾ ਮਾਤਾ ਜੀ, ਜਿਹੜੇ ਦੂਸਰੇ ਤੁਸੀਂ ਹੁਣ ਆ ਗਏ ਹੋ, ਤੁਹਾਨੂੰ ਤੁਹਾਡੀ ਫੀਲਿੰਗਸ ਜਿਹੜੀਆਂ ਨੇ ਲੋਕਾਂ ਤੱਕ ਪਹੁੰਚੀਆਂ ਤਾਂ ਪਤਾ ਲੱਗੇਗਾ ਕਿ ਇੱਥੇ ਬਿਲਕੁਲ ਪਿਆਰ ਮੁਹੱਬਤ ਨਾਲ ਟਰੀਟ ਕਰਦੇ ਨੇ ਲੋਕ। ਤੇ ਦੂਸਰੀ ਜਿਹੜੀ ਆਵਾਮ, ਜਿਹੜੇ ਲੋਕ ਆਉਣਾ ਚਾਹੁੰਦੇ ਨੇ, ਕਿਉਂਕਿ ਜਿਹੜੀ ਸਿੱਖੀ ਦਾ ਜਿਹੜਾ ਨੀਂਹ ਆ ਉਹ ਇਸੇ ਜਗ੍ਹਾ ਤੋਂ ਰੱਖੀ ਗਈ, ਇੱਥੋਂ ਹੀ ਬਾਬਾ ਜੀ ਨਾਨਕ ਸਰਕਾਰ ਦਾ ਜਨਮ ਹੋਇਆ। ਤੇ ਉਹਨਾਂ ਵਾਸਤੇ, ਉਹਨਾਂ ਲੋਕਾਂ ਵਾਸਤੇ ਜਿਨ੍ਹਾਂ ਦਾ ਦਿਲ ਕਰਦਾ ਇੱਥੇ ਆਉਣ ਨੂੰ, ਉਹਨਾਂ ਨੂੰ ਇੱਕ ਪੈਗਾਮ, ਇੱਕ ਸੁਨੇਹਾ ਕੀ ਦੇਣਾ ਚਾਹੋਗੇ? ਮੈਂ ਸੁਨੇਹਾ ਦੇਣ ਚ ਨਹੀਂ, ਮੇਰੀ ਬੇਨਤੀ ਹੱਥ ਜੋੜਨ ਦੇ ਚਰਨਾਂ ਵਿੱਚ, ਇੱਕ ਵਾਰ ਤੁਸੀਂ ਨਨਕਾਣਾ ਸਾਹਿਬ ਦੇ ਜ਼ਰੂਰ ਆ ਕੇ ਦਰਸ਼ਨ ਕਰੋ। ਮੈਂ ਤਾਂ ਸੋਚਦੀ ਮੈਂ ਹਰ ਸਾਲ ਆਵਾਂ, ਜਿੰਨਾ ਚਿਰ ਮੇਰੀ ਜ਼ਿੰਦਗੀ ਆ ਮੈਂ ਹਰ ਸਾਲ ਆਵਾਂ। ਮੈਨੂੰ ਇੰਨਾ ਪਿਆਰਾ ਲੱਗਾ ਦੇਖ ਕੇ। ਪਰ ਹੁਣ ਮੈਂ ਬਾਕੀ ਲੋਕਾਂ ਨੂੰ ਕਹਿੰਦੀ ਹਾਂ ਵੀ ਅਸੀਂ ਵਾਰ-ਵਾਰ ਨਹੀਂ ਜਾਂਦੇ, ਇੱਕ ਵਾਰ ਜ਼ਰੂਰ ਨਾਨਕ ਸਾਹਿਬ ਦੇ ਦਰਸ਼ਨ ਕਰੋ। ਮਾਤਾ ਜੀ ਨਾਲ ਕੀਤੀਆਂ ਆਪਾਂ ਗੱਲਾਂ ਬਾਤਾਂ, ਮਾਤਾ ਜੀ ਸਾਨੂੰ ਦੱਸੀਆਂ ਕਿ ਕਿਸ ਤਰ੍ਹਾਂ ਦੀ ਆਉਣ ਤੋਂ ਪਹਿਲਾਂ ਲੋਕਾਂ ਨੇ ਕਿਸ ਤਰ੍ਹਾਂ ਡਾਇਆ, ਤੇ ਹੁਣ ਜਦੋਂ ਆ ਗਏ ਇੱਥੇ ਉਹਨਾਂ ਦੀ ਕੀ ਫੀਲਿੰਗਸ ਨੇ, ਤੇ ਉਹਨਾਂ ਨੇ ਕਿਸ ਤਰ੍ਹਾਂ ਦਾ ਮਹਿਸੂਸ ਕੀਤਾ। ਇਸ ਤਰ੍ਹਾਂ ਦੀ ਇਹੋ ਹੀ ਗੱਲਾਂ, ਇਹੋ ਹੀ ਬਾਤਾਂ ਇਹਨਾਂ ਬਜ਼ੁਰਗਾਂ ਦੀਆਂ, ਇਹਨਾਂ ਲੋਕਾਂ ਦੀਆਂ, ਜਿਨ੍ਹਾਂ ਨੇ ਇਹ ਸਾਰਾ ਕੁਝ ਜਿਹੜਾ ਇਹ ਫੀਲਿੰਗ, ਜਿਹੜੇ ਇੱਥੋਂ ਦੇ ਹਾਲਾਤ, ਲੋਕਾਂ ਦਾ ਪਿਆਰ ਵੇਖਿਆ, ਇਹ ਲੋਕਾਂ ਤੱਕ ਜਿਹੜਾ ਪੈਗਾਮ, ਇਹ ਸੁਨੇਹਾ ਲੋਕਾਂ ਤੱਕ ਪਹੁੰਚਾਵਾਂਗੇ ਕਿ ਪਾਕਿਸਤਾਨੀ ਆਵਾਮ ਜਾਂ ਦੂਸਰੀ ਸਿੱਖ ਕਮਿਊਨਿਟੀ ਜਾਂ ਪਾਕਿਸਤਾਨ ਸਿੱਖ
ਪ੍ਰਬੰਧਕ ਕਮੇਟੀ ਜਾਂ ਪਾਕਿਸਤਾਨ ਗਵਰਨਮੈਂਟ ਜਿਹੜਾ ਬੜੇ ਇੰਤਜ਼ਾਮਾਤ ਕਰਦੀ ਹੈ ਸਿੱਖ ਯਾਤਰੀਆਂ ਵਾਸਤੇ। ਤੇ ਇੱਥੇ ਕੋਈ ਇਸ ਤਰ੍ਹਾਂ ਦੇ ਇਸ਼ੂਜ਼ ਨਹੀਂ ਹੈ ਕਿ ਜਿਨ੍ਹਾਂ ਤੋਂ ਲੋਕ ਇੱਕ ਦੂਜੇ ਨੂੰ ਡਰਾ ਕੇ ਡਰ ਦਾ ਕਾਰੋਬਾਰ ਜਿਹੜੇ ਲੋਕ ਕਰਦੇ ਆ, ਇਹ ਡਰ ਦਾ ਕਾਰੋਬਾਰ ਬੰਦ ਹੋਣਾ ਚਾਹੀਦਾ ਵਾ, ਇੱਕ ਦੂਜੇ ਨੂੰ ਮਿਲਣਾ ਚਾਹੀਦਾ ਵਾ। ਸਾਡੀ ਮਾਤਾ ਜੀ ਇੱਕ ਨਾ ਅਸੀਂ ਇਸ ਤੋਂ ਹਟ ਕੇ ਅਸੀਂ ਕਰਦੇ ਹਾਂ ਇੱਕ ਨਾ ਪਾਰਟੀਸ਼ਨ 1947 ਤੇ ਜਿਹੜੇ ਹੋਏ ਸੀ ਨਾ ਪਾਰਟੀਸ਼ਨ, ਉਸ ਤੋਂ ਪਹਿਲਾਂ ਦਾ ਵਸੇਬ ਸੀ ਜਿਹੜਾ ਮੁਸਲਮਾਨਾਂ ਸਿੱਖਾਂ ਹਿੰਦੂਆਂ ਦਾ ਜਿਹਨੂੰ ਇਕੱਠਾ ਸੀ ਪੰਜਾਬ, ਉਦੋਂ ਦਾ ਤੇ ਹੋਣ ਵਾਲਾ, ਕਿਉਂਕਿ ਸਾਡੀ ਤੀਸਰੀ ਪੀੜ੍ਹੀ ਜਿਹੜੀ ਹੋ ਗਈ ਹੈ ਦੁਸ਼ਮਣੀ ਭੋਗਦਿਆਂ ਨੂੰ। ਗੱਲ ਤੇ ਕੋਈ ਨਹੀਂ ਸੀ, ਪਹਿਲਾਂ ਸਾਰੇ ਇਕੱਠੇ ਰਹਿੰਦੇ ਸੀ ਤੇ ਅਸੀਂ ਪਹਿਲਾਂ ਪਾਕਿਸਤਾਨ ਵਿੱਚ ਰਹਿੰਦੇ ਸੀ। ਮੈਂ ਉਹੀ ਗੱਲ ਕਰਦਾ ਨਾ ਵੀ ਤੀਸਰੀ ਪੀੜ੍ਹੀ ਜਿਹੜੀ ਆ ਸਾਡੀ ਇਹ ਭੁਗਤਣ ਡਈ ਆ ਵੀ ਹੁਣ ਦੁਸ਼ਮਣੀ ਇੱਕ ਦੂਜੇ ਨਾਲ, ਵੀ ਉਹ ਦਿਲਾਂ ਦੇ ਵਿੱਚ ਵੈਰ ਇੱਕ ਦੂਜੇ ਨਾਲ, ਵੀ ਉਹਨਾਂ ਆਂਦੇ ਸਾਡੇ ਮਾਰੇ, ਮੁਸਲਮਾਨ ਆਂਦੇ ਇਹਨਾਂ ਸਾਡੇ ਮਾਰੇ। ਹਾਲਾਂਕਿ ਉਦੋਂ ਹਾਲਾਤ ਜਿਹੜੇ ਲੋਕ ਮਾੜੇ ਨਹੀਂ ਸੀ, ਹਾਲਾਤ ਇਸ ਤਰ੍ਹਾਂ ਦੇ ਸਨ, ਵਕਤ ਮਾੜਾ ਸੀ। ਤੇ ਇਸ ਤੋਂ ਅਸੀਂ ਇਸੇ ਬੇਸ ਤੇ ਪ੍ਰੋਗਰਾਮ ਕਰੀਦਾ ਹੁੰਦਾ ਕਿ ਜਿਹੜੇ ਇੱਧਰਲੇ ਪੰਜਾਬ, ਚੜ੍ਹਦੇ ਪੰਜਾਬ ਹੋਵੇ ਜਾਂ ਲਹਿੰਦਾ ਪੰਜਾਬ ਹੋਵੇ, ਸਾਡਾ ਪਿਛੋਕੜ ਉੱਧਰ ਆ, ਉਹਨਾਂ ਦਾ ਪਿਛੋਕੜ ਇੱਧਰ ਆ, ਤੇ ਇਹਨਾਂ ਦੇ ਜਿਹੜੇ ਜੰਮਣ ਭੋਂ ਥਾਂ ਨੇ ਲੋਕ ਬਜ਼ੁਰਗ ਜਿਹੜੇ ਨਹੀਂ ਭੁੱਲਦੇ ਤੇ ਵੇਖਣਾ ਚਾਹੁੰਦੇ ਆਪਣੇ ਘਰ, ਉਹ ਪਿੰਡ, ਉਹ ਮੁਹੱਲੇ, ਤੇ ਉਹਨਾਂ ਵਾਸਤੇ ਵੀ ਅਸੀਂ ਕੋਸ਼ਿਸ਼ ਕਰਦੇ ਹੁੰਦੇ ਕਿ ਵੀਜ਼ਾ ਪਾਲਿਸੀਜ਼ ਦੇ ਵਿੱਚ ਗਵਰਨਮੈਂਟ ਨੂੰ ਇਹ ਪੈਗਾਮ ਦਿੱਤਾ ਜਾਵੇ ਤੇ ਵੀਜ਼ਾ ਪਾਲਿਸੀਜ਼ ਵੀ ਜਿਹੜੀਆਂ ਨੇ ਆਸਾਨ ਹੋਣੀਆਂ ਚਾਹੀਦੀਆਂ। ਇਹਦੇ ਵੱਲੋਂ ਤੁਹਾਡਾ ਕੀ ਖਿਆਲ ਹੈ? ਮੈਨੂੰ ਤਾਂ ਘਰ ਦੇਖਣ ਦਾ ਸ਼ੌਕ ਨਹੀਂ ਹੈਗਾ, ਮੈਂ ਤੁਹਾਨੂੰ ਸੱਚੀ ਮੈਂ ਵੈਸੇ ਕਹਿੰਦਾ ਵੀ ਇਹ ਜਿਹੜੇ ਹਾਲਾਤ ਨੇ ਇਹਨਾਂ ਦੇ ਵਿੱਚ ਨਰਮੀ ਹੋਣੀ ਚਾਹੀਦੀ ਹੈ। ਜਿਹੜੇ ਕੋਈ ਵੀਜ਼ਾ ਪਾਲਿਸੀਜ਼ ਨੇ ਬੜੀਆਂ ਸਟ੍ਰਿਕਟ ਨੇ, ਉਹਨਾਂ ਨੂੰ ਦੇ ਦੇਣਾ ਚਾਹੀਦਾ, ਪੁਲਿਸ ਨੂੰ ਦੇ ਦੇਣਾ ਚਾਹੀਦਾ ਵੀਜ਼ਾ। ਜੇ ਦੇਖਣਾ ਚਾਹੁੰਦਾ ਹੈ ਤਾਂ ਦੇਖ ਲਵੇ, ਜਿਹਨਾਂ ਦੀ ਮਨ ਦੀ ਖੁਆਇਸ਼ ਹੈਗੀ ਆ ਵੀ ਮੈਂ ਦੇਖਾਂ, ਉਹ ਦੇਖ ਲਵੇ ਆਪਣੇ ਘਰ। ਇਹ ਵੀ ਕਿਹਾ ਸੀ ਕਿ ਮਾਤਾ ਜੀ ਤੁਸੀਂ ਨਾ ਜਾਓ, ਮੈਂ ਕਿਹਾ ਨਹੀਂ, ਮੈਂ ਮਹਾਰਾਜ ਦੇ ਭਰੋਸੇ ਜਾਣਾ। ਕਹਿੰਦੇ ਮਹਾਰਾਜ ਨੇ ਤੁਹਾਨੂੰ ਦਿਮਾਗ ਦਿੱਤਾ ਆ ਵੀ ਜੇ ਮੋਰੇ ਖੂਹ ਆ, ਤੁਹਾਨੂੰ ਦਿਸਦਾ ਪਈ ਖੂਹ ਆ, ਖੁਸ਼ ਡਿੱਗਾਂਗੇ, ਫਿਰ ਤੁਸੀਂ ਦੇਖ ਕੇ ਕਿਉਂ ਖੁਸ਼ ਡਿੱਗਦੇ ਆ? ਪਰ ਮੈਂ ਤਾਂ ਮਹਾਰਾਜ ਦੇ ਭਰੋਸੇ ਤੇ, ਮੈਂ ਕਿਹਾ ਸੀ ਮੈਂ ਮਹਾਰਾਜ ਦੇ ਭਰੋਸੇ ਤੇ ਚਲੇ ਜਾਣਾ, ਮੈਨੂੰ ਖੂਹ ਨਹੀਂ ਦਿਸਦਾ ਹੈ, ਮੈਨੂੰ ਦਿਸਦਾ ਫਿਰ। ਬਹੁਤ ਸ਼ੁਕਰੀਆ ਮਾਤਾ ਜੀ। ਗੁਰੂ ਨਾਨਕ ਪਾਤਸ਼ਾਹ ਨੇ ਮੈਨੂੰ ਆਪੇ ਹੀ ਲੈ ਜਾਣਾ, ਸੱਚੀ ਮੈਨੂੰ ਆਪੇ। ਮੈਂ ਕਹਿੰਦੀ ਸੀ ਮੈਨੂੰ ਗੁਰੂ ਨਾਨਕ ਦੇਵ ਮੈਨੂੰ ਸੱਚੀ ਆਪੇ ਫੁੱਲਾਂ ਮੰਗਰ ਲੈ ਕੇ ਆਏ। ਸੰਗਤ ਨੇ ਮੇਰੇ ਨਾਲ ਫੁੱਲਾਂ ਮੰਗਰ ਪਿਆ, ਮੈਨੂੰ ਸੰਗਤ ਨੇ ਫੁੱਲਾਂ ਮੰਗਰ ਰੱਖਿਆ, ਮੈਨੂੰ ਇੰਨਾ ਪਿਆਰ ਦਿੱਤਾ। ਬਹੁਤ ਸ਼ੁਕਰੀਆ ਮਾਤਾ ਜੀ, ਬਹੁਤ ਮਿਹਰਬਾਨੀ। ਮਾਤਾ ਜੀ ਨੇ ਕੀਤੀਆਂ ਆਪਾਂ ਗੱਲਾਂ ਬਾਤਾਂ, ਮਾਤਾ ਜੀ ਨੇ ਬੜੀਆਂ ਪਿਆਰੀਆਂ ਗੱਲਾਂ ਦੱਸੀਆਂ ਕਿ ਕਿਸ ਤਰ੍ਹਾਂ ਦੀ ਉਹਨਾਂ ਦੀ ਫੀਲਿੰਗਸ ਨੇ। ਇਹਨਾਂ ਸਾਰੀਆਂ ਗੱਲਾਂ ਨੂੰ ਇਸ ਤਰ੍ਹਾਂ ਦੇ ਲੋਕਾਂ ਨੂੰ ਮਿਲ ਕੇ ਇਹ ਪੈਗਾਮ ਜਿਹੜਾ ਵਾ ਸਾਰੇ ਲੋਕਾਂ ਤੱਕ ਪਹੁੰਚਾਉਂਦੇ ਰਹਾਂਗੇ। ਮਿਲਦੇ ਹਾਂ ਅਗਲੇ ਪ੍ਰੋਗਰਾਮ ਤੱਕ। ਨਾਸਰ ਢਿੱਲੋਂ ਤੇ ਪੰਜਾਬੀ ਲਹਿਰ ਦੀ ਸਾਰੀ ਟੀਮ ਨੂੰ ਇਜਾਜ਼ਤ ਦਿਓ। ਮਿਲਦੇ ਹਾਂ ਫਿਰ, ਰੱਬ ਰੱਖਾ।